हेलो एवरीवन। एग्जाम ओरिएंटेड टॉपिक यूट्यूब चैनल ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਹਿਸਟਰੀ ਆਫ ਬੈਂਕਿੰਗ ਦੇਖਾਂਗੇ। ਪਿਛਲੇ ਲੈਕਚਰ 'ਚ ਆਪਾਂ ਨੇ ਇੰਟਰੋਡਕਸ਼ਨ ਦੇਖੀ ਸੀ। ਇਸ ਦੇ ਦੌਰਾਨ ਜੋ ਆਪਾਂ ਸਮਝਿਆ ਹੈ ਮਤਲਬ ਜਾਣਿਆ ਕਿ ਬੈਂਕਿੰਗ ਕੀ ਹੁੰਦੀ ਹੈ, ਤਾਂ ਇਸ ਨੂੰ ਹੋਰ ਜਾਣਨ ਲਈ ਆਪਾਂ ਨੂੰ ਹਿਸਟਰੀ 'ਚ ਵੀ ਜਾਣਾ ਪਏਗਾ। ਆਪਾਂ ਨੂੰ ਦੇਖਣਾ ਪਏਗਾ ਕਿ ਬੈਂਕਿੰਗ ਦਾ ਸਿਸਟਮ ਕਦੋਂ ਸਟਾਰਟ ਹੋਇਆ, ਕਿਵੇਂ ਸਟਾਰਟ ਹੋਇਆ। ਤਾਂ ਆਪਾਂ ਸਾਰਾ ਕੁਝ ਅਗਲੇ 10 ਤੋਂ 12 ਮਿੰਟ 'ਚ ਜਾਣ ਲਾਂਗੇ। ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਸਬਸਕ੍ਰਾਈਬ ਕਰਨ, ਵੀਡੀਓ ਨੂੰ ਲਾਈਕ ਕਰਨ, ਅਤੇ ਜੇ ਤੁਹਾਨੂੰ ਪਸੰਦ ਆਉਂਦਾ ਲੈਕਚਰ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਨ। ਸੋ ਸ਼ੁਰੂਆਤ ਕਰਦੇ ਹਾਂ। ਬੈਂਕਿੰਗ ਹਿਸਟਰੀ ਜਿਹੜੀ ਹੈ 2000 ਸਾਲ ਤੋਂ ਪਹਿਲਾਂ ਹੀ ਸਟਾਰਟ ਹੋ ਚੁੱਕੀ ਸੀ। ਯਾਨੀ ਕਿ ਆਪਾਂ ਪਿਛਲੇ 2000 ਸਾਲ ਪਿੱਛੇ ਚਲੇ ਜਾਈਏ ਤਾਂ ਸਾਨੂੰ ਬੈਂਕਿੰਗ ਦਾ ਕੁਛ ਮਤਲਬ ਐਵੀਡੈਂਸ ਦੇਖਣ ਨੂੰ ਮਿਲਦਾ ਹੈ। ਜਿਵੇਂ ਆਪਾਂ ਕਹੀਏ ਗ੍ਰੇਨਸ ਲੋਨਸ, ਗ੍ਰੇਨਸ ਲੋਨਸ ਉਸੇ ਦੌਰਾਨ 2000 ਸਾਲ ਪਹਿਲਾਂ ਹੀ ਸਟਾਰਟ ਹੋ ਚੁੱਕੇ ਸਨ। ਜਿਵੇਂ ਅਨਾਜ ਲਈ ਲੋਨ ਮਿਲਦਾ ਸੀ, ਫਾਰਮਰਸ ਨੂੰ ਮਿਲਦਾ ਸੀ, ਟ੍ਰੇਡਰਸ ਨੂੰ ਮਿਲਦਾ ਸੀ, ਤਾਂ ਕਿ ਉਹ ਮਤਲਬ ਬਿਜ਼ਨਸ ਕਰ ਸਕਣ। ਅਤੇ ਮੋਸਟ ਜਿਹੜੀ ਮਤਲਬ ਫੇਮਸ ਸਿਟੀਜ਼ ਸੀ ਜਿਵੇਂ ਮੈਸੋਪੋਟਾਮੀਆ, ਬੇਬੀਲੋਨੀਆ, ਇਸ ਦੇ ਵਿਚਕਾਰ ਜਿਹੜਾ ਟ੍ਰੇਡ ਹੁੰਦਾ ਸੀ ਉਹ ਗ੍ਰੇਨਸ ਦਾ ਹੁੰਦਾ ਸੀ, ਹੈ ਨਾ। ਤਾਂ ਉਸ ਲਈ ਲੋਨ ਪ੍ਰੋਵਾਈਡ ਕੀਤਾ ਜਾਂਦਾ ਸੀ ਇਹਨਾਂ ਫਾਰਮਰਸ ਨੂੰ, ਇਹਨਾਂ ਟ੍ਰੇਡਰਸ ਨੂੰ। ਤਾਂ ਲੇਟਰ ਇਸੀ ਐਵੀਡੈਂਸ ਨੂੰ ਦੇਖਦਿਆਂ ਹੋਇਆਂ ਲੇਟਰ ਇਸ ਵਿੱਚ ਕੁਝ ਹੋਰ ਚੀਜ਼ਾਂ ਡਿਵੈਲਪਮੈਂਟ ਹੋਈਆਂ। ਜਿਵੇਂ ਕਿ ਗ੍ਰੀਸ ਨੇ ਅਤੇ ਰੋਮਨ ਅੰਪਾਇਰ ਨੇ ਕੀ ਕੀਤਾ, ਇਸ ਵਿੱਚ ਦੋ ਨਵੇਂ ਇਨੋਵੇਸ਼ਨਸ ਲੈ ਕੇ ਆਏ। ਜਿਵੇਂ ਅਸੈਪਟੈਂਸ ਆਫ ਡਿਪੋਜ਼ਿਟ, ਚੇਂਜ ਮਨੀ ਦਾ, ਕਿ ਤੁਸੀਂ ਉਰੇ ਆ ਕੇ ਮਨੀ ਚੇਂਜ ਕਰ ਸਕਦੇ ਹੋ, ਡਨ। ਅਤੇ ਡਿਪੋਜ਼ਿਟ ਅਸੈਪਟ ਕਰਨ ਦੀ ਗੱਲ ਆਖੀ ਗਈ, ਯਾਨੀ ਕਿ ਤੁਸੀਂ ਆਪਣਾ ਉਰੇ ਆ ਕੇ ਪੈਸਾ ਜਮ੍ਹਾਂ ਵੀ ਕਰ ਸਕਦੇ ਹੋ। ਇਹ ਜਿਹੜੀ ਦੋ ਇਨੋਵੇਸ਼ਨ ਸੀ ਇਹ ਬੈਂਕਿੰਗ ਨੂੰ ਮਤਲਬ ਬਦਲ ਕੇ ਰੱਖਣ ਵਾਲੀ ਚੀਜ਼ਾਂ ਸੀ। ਤਾਂ ਲੇਟਰ ਔਨ ਇਸ ਵਿੱਚ ਹੋਰ ਵੀ ਇਨਵੋਲਵਮੈਂਟ ਹੋਈ। ਉਸ ਨੂੰ ਜਾਣਨ ਤੋਂ ਪਹਿਲਾਂ ਤੁਹਾਨੂੰ ਪ੍ਰੋਪਰ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ ਬੈਂਕਿੰਗ ਦੀ। ਇਹ ਹੁੰਦਾ ਕੀ ਹੈ? ਫਾਈਨੈਂਸ਼ੀਅਲ ਇੰਸਟੀਟਿਊਟ ਹੁੰਦਾ। ਕੀ ਹੁੰਦਾ ਹੈ? ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜੋ ਅਸੈਪਟ ਕੀ ਕਰਦਾ ਹੈ, ਅਲੱਗ-ਅਲੱਗ ਤਰੀਕੇ ਦੇ ਡਿਪੋਜ਼ਿਟ ਅਸੈਪਟ ਕਰੇਗਾ ਅਤੇ ਤੁਹਾਨੂੰ ਕੀ ਤਰੀਕੇ ਨਾਲ ਲੋਨਸ ਵੀ ਪ੍ਰੋਵਾਈਡ ਕਰੇਗਾ। ਜਿਹੜੇ ਬੋਰਰਸ ਹੈ ਉਹਨਾਂ ਨੂੰ ਲੋਨਸ ਪ੍ਰੋਵਾਈਡ ਕਰੇਗਾ, ਇੱਕ ਪਰਟੀਕੂਲਰ ਰੇਟ ਆਫ ਇੰਟਰਸਟ ਚਾਰਜ ਕਰਕੇ ਤੁਹਾਨੂੰ ਲੋਨਸ ਵੀ ਪ੍ਰੋਵਾਈਡ ਕਰੇਗਾ। ਅਤੇ ਨਾਲ ਨਾਲ ਇਹ ਵੀ ਫੈਸਿਲਿਟੀ ਦੇਗਾ ਜਿਹੜਾ ਤੁਸੀਂ ਪੈਸਾ ਜਮ੍ਹਾਂ ਕਰਾਇਆ ਉਹ ਵਾਪਸ ਕਢਵਾ ਵੀ ਸਕੋ। ਬਾਏ ਚੈੱਕ ਕਢਾ ਸਕਦੇ ਹੋ, ਬਾਏ ਵਿਡਰੋ ਸਲਿੱਪ ਦੁਆਰਾ ਕਢਾਇਆ ਜਾ ਸਕਦਾ ਹੈ। ਜੇ ਆਪਾਂ ਏਸ਼ੀਅਨ ਹਿਸਟਰੀ ਵਿੱਚ ਆ ਜਾਈਏ, ਇੰਡੀਆ ਦੀ ਪ੍ਰੋਪਰਲੀ ਆਪਾਂ ਇੰਡੀਆ ਦੀ ਹਿਸਟਰੀ 'ਚ ਆ ਜਾਈਏ ਤਾਂ ਸਾਨੂੰ ਕੁਝ ਐਵੀਡੈਂਸ ਦੇਖਣ ਨੂੰ ਮਿਲਦੇ ਆ ਬੈਂਕਿੰਗ ਨਾਲ ਰਿਲੇਟਿਡ। ਜਦੋਂ ਆਪਾਂ ਆਰਕੋਲੋਜੀਕਲ ਐਵੀਡੈਂਸ ਦੇਖਦੇ ਹਾਂ ਉਸ ਵਿੱਚ ਸਾਨੂੰ ਕੁਝ ਨਾ ਕੁਝ ਬੈਂਕਿੰਗ ਦੇ ਰੈਗੂਲੇਸ਼ਨ ਦੇਖਣ ਨੂੰ ਮਿਲੇ, ਡਨ ਸਕਲਪਚਰ 'ਚ ਦੇਖਣ ਨੂੰ ਮਿਲੇ, ਏਸ਼ੀਅਨ ਟੈਕਸਟ ਵਿੱਚ ਦੇਖਣ ਨੂੰ ਮਿਲੇ। ਅਤੇ ਇਹਨਾਂ ਟੈਕਸਟ ਅਤੇ ਇਹਨਾਂ ਸਕਲਪਚਰ ਵਿੱਚ ਇੱਕ ਪਰਟੀਕੂਲਰ ਚੀਜ਼ ਦਾ ਬਹੁਤ ਜ਼ਿਆਦਾ ਮੈਂਸ਼ਨ ਕੀਤਾ ਹੋਇਆ ਸੀ। ਜੇ ਆਪਾਂ ਵੈਦਿਕ ਲਿਟਰੇਚਰ ਵੀ ਪੜ੍ਹ ਲਈਏ, ਡੈਟ ਦਾ ਵੀ ਬਹੁਤ ਜ਼ਿਆਦਾ ਮਤਲਬ ਗੱਲ ਆਖੀ ਹੋਈ ਸੀ। ਡੈਟ ਕੀ ਹੁੰਦਾ? ਉਧਾਰ ਵਾਲੇ ਵੀ ਗੱਲਾਂ ਜਿਹੜੀਆਂ ਉਹ ਆਰਕੋਲੋਜੀਕਲ ਐਵੀਡੈਂਸ ਸਾਨੂੰ ਦੇਖਣ ਨੂੰ ਮਿਲਦੀਆਂ। ਉਸ ਵਿੱਚ ਸਾਨੂੰ ਇਸ ਦੇ ਬਾਰੇ ਅਸੀਂ ਪੜ੍ਹਿਆ, ਸਮਝਿਆ, ਜਾਣਿਆ ਕਿ ਹਾਂ ਬੈਂਕਿੰਗ ਕੋਈ ਅੱਜ ਦੀ ਨਹੀਂ ਹੈ, ਏਸ਼ੀਅਨ ਟਾਈਮ ਦੀ ਚੱਲਦੀ ਆ ਰਹੀ ਹੈ। ਉਸ ਤੋਂ ਬਾਅਦ ਵੇਦਾਂ ਦੇ ਟਾਈਮ ਵੀ ਬੈਂਕਿੰਗ ਦਾ ਯੂਜ਼ ਹੁੰਦਾ ਸੀ। ਕਿਵੇਂ ਯੂਜ਼ ਹੁੰਦਾ ਸੀ? ਜੇ ਆਪਾਂ ਗੱਲ ਆਖੀਏ ਕਿ ਪੈਸਾ ਜਿਹੜਾ ਲੈਂਡ ਦਿੱਤਾ ਜਾਂਦਾ ਸੀ, ਪਰਟੀਕੂਲਰ ਰੇਟ ਆਫ ਇੰਟਰਸਟ ਚਾਰਜ ਕੀਤਾ ਜਾਂਦਾ ਸੀ। ਅਤੇ ਇਹਨਾਂ ਲੋਨ ਡੀਡ ਫਾਰਮਸ ਨੂੰ, ਠੀਕ ਹੈ, ਜਿਹੜੇ ਲੋਨ ਲਈ ਪੈਸਾ ਪ੍ਰੋਵਾਈਡ ਕਰਨ ਲਈ ਜਿਹੜੇ ਫਾਰਮ ਭਰੇ ਜਾਂਦੇ ਸਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਸਨ? ਰੀਨਾ ਪਾਤਰਾ ਕਿਹਾ ਜਾਂਦਾ ਸੀ, ਰੀਨਾ ਲੇਖਿਆ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਰੀਨਾ ਪਾਤਰਾ ਤੇ ਰੀਨਾ ਲੇਖਿਆ। ਜੋ ਅੱਜ ਦੇ ਟਾਈਮ 'ਚ ਇਸ ਨੂੰ ਇੰਗਲਿਸ਼ 'ਚ ਕੀ ਕਿਹਾ ਜਾਂਦਾ ਹੈ? ਡੈਟਰ ਤੇ ਕ੍ਰੈਡੀਟਰ। ਡੈਟਰ ਮਤਲਬ ਜਿਹਨੇ ਸਾਨੂੰ ਪੈਸਾ ਵਾਪਸ ਮੋੜਨਾ ਹੈ, ਕ੍ਰੈਡੀਟਰ ਮਤਲਬ ਜਿਨ੍ਹਾਂ ਨੂੰ ਅਸੀਂ ਆਪਣਾ ਪੈਸਾ ਵਾਪਸ ਮੋੜਨਾ ਹੈ। ਤਾਂ ਤੁਸੀਂ ਆਪੇ ਸਮਝੋ ਕਿ ਜੇ ਤੁਹਾਨੂੰ ਕਿਸੇ ਨੇ ਪੈਸਾ ਵਾਪਸ ਮੋੜਨਾ, ਇਸ ਮਤਲਬ ਤੁਸੀਂ ਕਿਸੇ ਨੂੰ ਲੋਨ ਦਿੱਤਾ ਹੋਇਆ। ਜੇ ਤੁਸੀਂ ਕਿਸੇ ਨੂੰ ਤੁਸੀਂ ਕਿਸੇ ਨੂੰ ਪੈਸਾ ਵਾਪਸ ਮੋੜਨਾ ਤਾਂ ਇਸ ਦਾ ਮਤਲਬ ਤੁਸੀਂ ਲੋਨ ਲਿੱਤਾ ਹੋਇਆ। ਸੋ ਇਹ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ। ਅਤੇ ਇੱਕ ਪਰਟੀਕੂਲਰ ਰੇਟ ਆਫ ਇੰਟਰਸਟ ਚਾਰਜ ਕੀਤਾ ਜਾਂਦਾ ਸੀ ਇਸੇ ਦੌਰਾਨ, ਵੇਦਾਸ ਦੇ ਦੌਰਾਨ ਮਤਲਬ। ਅਤੇ ਕੰਡੀਸ਼ਨ ਰੱਖੀ ਜਾਂਦੀ ਸੀ ਕਦੋਂ ਰੀਪੇਮੈਂਟ ਕਰਨੀ ਹੈ, ਕਿੰਨੇ ਟਾਈਮ 'ਚ ਰੀਪੇਮੈਂਟ ਕਰਨੀ ਹੈ। ਸਾਰੀ ਚੀਜ਼ਾਂ ਦੀ ਜਾਣਕਾਰੀ ਸਾਨੂੰ ਇੱਕ ਵੇਦਾ ਦੇ ਦੌਰਾਨ ਪਤਾ ਲੱਗ ਜਾਂਦੀ ਹੈ। ਜਿਹੜਾ ਵੇਦਾ ਦਾ ਟਾਈਮ ਸੀ ਉਸ ਦੌਰਾਨ ਇਹ ਚੀਜ਼ਾਂ ਸਾਰੀਆਂ ਇਨਵੋਲਵ ਹੋ ਚੁੱਕੀਆਂ ਸਨ। ਉਸ ਤੋਂ ਬਾਅਦ ਲੇਟਰ ਮਾਡਰਨ ਦੇ ਟਾਈਮ ਇਸ ਨੂੰ ਹੋਰ ਕਿਸੇ ਨੇ ਡਿਵੈਲਪਮੈਂਟ ਕੀਤੀ। ਮਾਡਰਨ ਦੇ ਟਾਈਮ ਇਹ ਜਿਹੜਾ ਇਟਲੀ ਸੀ ਉਹ ਇਸ ਨੂੰ ਹੋਰ ਡਿਵੈਲਪਮੈਂਟ ਲੈ ਕੇ ਆਇਆ। ਇਸ ਵਿੱਚ ਹੋਰ ਕਮਰਸ਼ੀਅਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਆਪਣੇ ਕਮਰਸ਼ੀਅਲਾਈਜੇਸ਼ਨ ਕੀਤੀ ਬੈਂਕ ਨੂੰ, ਜਿਹੜਾ ਇੱਕ ਨਵਾਂ ਇਨੋਵੇਸ਼ਨ ਨਾਮ ਦਿੱਤਾ, ਉਹਨੂੰ ਦਿੱਤਾ ਬੈਂਕੋ ਨਾਮ ਦਿੱਤਾ। ਕੀ ਨਾਮ ਦਿੱਤਾ? ਬੈਂਕੋ ਨਾਮ ਦਿੱਤਾ। ਅਤੇ ਮਾਡਰਨ ਏਰਾ ਦੇ ਟਾਈਮ ਵੀ ਸਾਨੂੰ ਕੁਝ ਚੀਜ਼ਾਂ ਦੇਖਣ ਨੂੰ ਮਿਲੀਆਂ। ਇੱਕ ਇੰਸਟਰੂਮੈਂਟ ਦੇਖਣ ਨੂੰ ਮਿਲਿਆ ਆਦੇਸ਼ਾ। ਇਸਦਾ ਕਿਆ ਮਤਲਬ ਸੀ? ਇਸਦਾ ਮਤਲਬ ਇਹ ਸੀ ਕਿ ਇੱਕ ਤਰ੍ਹਾਂ ਦਾ ਆਰਡਰ ਪਾਸ ਕੀਤਾ ਜਾਂਦਾ ਸੀ ਬੈਂਕਰ ਦੁਆਰਾ ਕਿ ਤੁਸੀਂ ਕੁਝ ਸਮ ਜਿਹੜਾ ਨੋਟ ਸੀ, ਜੋ ਆਪਾਂ ਨੋਟਸ ਦੇਖਦੇ ਹਾਂ, ਉਹ ਤੁਸੀਂ ਕਿਸੇ ਥਰਡ ਪਰਸਨ ਨੂੰ ਪ੍ਰੋਵਾਈਡ ਕਰਾ ਸਕਦੇ ਹੋ, ਡਨ। ਤਾਂ ਉਸ ਦੇ ਦੌਰਾਨ ਇਹ ਚੀਜ਼ਾਂ ਦਾ ਜਿਹੜੀ ਇਨਵੋਲਵਮੈਂਟ ਸੀ ਉਸਨੂੰ ਆਪਾਂ ਕੀ ਕਹਿੰਦੇ ਸਨ? ਬਿੱਲ ਆਫ ਐਕਸਚੇਂਜ ਕਿਹਾ ਜਾਂਦਾ ਸੀ। ਜੋ ਤੁਹਾਨੂੰ ਬਿੱਲ ਆਫ ਐਕਸਚੇਂਜ ਕੀ ਹੁੰਦਾ ਕਿ ਦੋ ਪਾਰਟੀਆਂ ਦੇ ਦੌਰਾਨ ਇੱਕ ਮਤਲਬ ਡੀਲ ਹੋ ਗਈ ਕਿ ਇਹ ਮੈਂ ਤੇਰੇ ਤੋਂ ਮਾਲ ਲੈਣਾ ਅਤੇ ਪੈਸੇ ਲੈਣੇ ਆ। ਜਿਹੜੇ ਪੈਸੇ ਦੇਣ ਦਾ ਟਾਈਮ ਸੀ ਉਹ ਇੱਕ ਪਰਟੀਕੂਲਰ ਟਾਈਮ ਪੀਰੀਅਡ ਤੋਂ ਬਾਅਦ ਦਿੱਤਾ ਜਾਂਦਾ ਸੀ। ਤਾਂ ਇੱਕ ਐਵੀਡੈਂਸ ਕਿ ਹਾਂ ਮੈਨੇ ਸਾਡੇ ਵਿੱਚ ਡੀਲ ਹੋਈ ਹੈ, ਉਹਦੇ ਲਈ ਇੱਕ ਬਿੱਲ ਬਣਾਇਆ ਜਾਂਦਾ ਸੀ, ਉਹਨੂੰ ਕਹਿੰਦੇ ਆ ਬਿੱਲ ਆਫ ਐਕਸਚੇਂਜ। ਇਹ ਧਿਆਨ 'ਚ ਰੱਖਣਾ। ਉਸ ਤੋਂ ਬਾਅਦ ਇਸ ਦੇ ਨਾਲ ਕੁਝ ਇੰਡੀਜੀਨਸ ਬੈਂਕ ਵੀ ਸਟਾਰਟ ਹੋ ਗਏ, ਇੰਡੀਜੀਨਸ ਬੈਂਕਿੰਗ ਵੀ ਸਟਾਰਟ ਹੋ ਗਈ। ਇਸਦਾ ਕੀ ਮਤਲਬ ਹੋ ਗਿਆ? ਜਿਵੇਂ ਲਾਲੇ, ਸ਼ਾਹੂਕਾਰ, ਇਹਨਾਂ ਦਾ ਕੰਮ ਵੀ ਸਟਾਰਟ ਹੋ ਗਿਆ, ਡਨ। ਇਹ ਇੰਡੀਜੀਨਸ ਬੈਂਕਰ ਜਿਹੜੇ ਹੁੰਦੇ ਸੀ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਸਨ, ਬਹੁਤ ਜ਼ਿਆਦਾ ਰੇਟ ਚਾਰਜ ਕਰਦੇ ਸਨ, ਡਨ। ਅਤੇ ਇਹਨਾਂ ਮਤਲਬ ਬੈਂਕਰਸ ਨੂੰ ਮਤਲਬ ਜਿਹੜੇ ਟਰਮ ਯੂਜ਼ ਕਰਦੇ ਸਨ ਜਿਹਦੇ ਨਾਲ ਇਹ ਆਪਣਾ ਪੈਸਾ ਕਮਾਉਂਦੇ ਸਨ, ਪੈਸਾ ਪ੍ਰੋਵਾਈਡ ਕਰਦੇ ਸਨ ਲੋਕਾਂ ਨੂੰ, ਉਹਨੂੰ ਕਿਹਾ ਜਾਂਦਾ ਸੀ ਹੁੰਡੀਸ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਆਪਾਂ ਅੱਜ ਦੇ ਟਾਈਮ 'ਚ ਬਿੱਲ ਆਫ ਐਕਸਚੇਂਜ ਕਹਿੰਦੇ, ਜਿਨ੍ਹਾਂ ਦੀ ਤੁਹਾਨੂੰ ਮੈਂ ਹੁਣੀ ਪਰਿਭਾਸ਼ਾ ਸਮਝਾ ਕੇ ਹਟਿਆ, ਡਨ। ਮਗਰ ਜਦੋਂ ਬ੍ਰਿਟਿਸ਼ ਦੇ ਆਉਣ ਦੇ ਨਾਲ ਇਹਨਾਂ ਹੁੰਡੀਸ ਦਾ ਕੰਮ ਜਿਹੜਾ ਇਹਨਾਂ
ਬਿੱਲ ਆਫ ਐਕਸਚੇਂਜ ਦਾ ਕੰਮ ਘਟਦਾ ਗਿਆ, ਮਗਰ ਤਾਂ ਵੀ ਅੱਜ ਵੀ ਤੁਸੀਂ ਦੇਖੋਗੇ ਕਮਰਸ਼ੀਅਲਾਈਜ਼ ਬੈਂਕਿੰਗ ਜ਼ਰੂਰ ਹੈ, ਮਗਰ ਤੁਹਾਨੂੰ ਅੱਜ ਵੀ ਕਿਤੇ ਨਾ ਕਿਤੇ ਇਹ ਇੰਡੀਜਨਸ ਬੈਂਕਿੰਗ ਦੇਖਣ ਨੂੰ ਮਿਲੇਗੀ ਹੈ ਨਾ। ਤੇ ਡਿਸਪਾਈਟ ਦਾ ਉਹੀ ਕਹਿ ਰਹੇ, ਡਿਸਪਾਈਟ ਦਾ ਫਾਸਟ ਗਰੋਥ ਆਫ ਦਾ ਮਾਡਰਨ ਕਮਰਸ਼ੀਅਲ ਬੈਂਕਸ, ਇੰਡੀਅਨ ਬੈਂਕਸ ਕੰਟੀਨਿਊ ਟੂ ਹੋਲਡ ਆ ਪ੍ਰੋਮੀਨੈਂਟ ਪੋਜੀਸ਼ਨ ਇਨ ਦਾ ਇੰਡੀਅਨ ਮਨੀ ਮਾਰਕੀਟ। ਤੁਹਾਨੂੰ ਪਤਾ ਹੀ ਇਸ ਦਾ ਟਾਈਮ ਤਾਂ ਉਸ ਦੌਰਾਨ ਸਾਨੂੰ ਜਿਹੜੇ ਲੋਕ ਦੇਖਣ ਨੂੰ ਮਿਲਦੇ, ਸੇਠ ਦੇਖਣ ਨੂੰ ਮਿਲਦੇ ਸਨ, ਮਹਾਜਨ ਦੇਖਣ ਨੂੰ ਮਿਲਦੇ ਸਨ, ਲਾਲਾ ਦੇਖਣ ਨੂੰ ਮਿਲਦੇ ਸਨ, ਚੇਤਿਸ ਦੇਖਣ ਨੂੰ ਮਿਲਦੇ ਸਨ, ਜੋ ਲੋਨ ਪ੍ਰੋਵਾਈਡ ਕਰਦੇ ਸਨ ਇੱਕ ਬਹੁਤ ਜ਼ਿਆਦਾ ਹਾਈਅਰ ਇੰਟਰਸਟ ਤੇ, ਤਾਂ ਲੋਕਾਂ ਨੂੰ ਲੁੱਟਦੇ ਸਨ ਪੂਰਾ। ਤਾਂ ਇੰਡੀਅਨ ਬੈਂਕਾਂ ਦੀ ਡਿਫੈਕਟਸ ਕੀ ਨਿਕਲ ਕੇ ਸਾਹਮਣੇ ਆਏ? ਇੱਕ ਤਾਂ ਪਹਿਲੀ ਗੱਲ ਇਹ ਅਨਆਰਗਨਾਈਜ਼ਡ ਸਨ, ਇਹਨਾਂ ਦਾ ਕੋਈ ਬੇਸ ਨਹੀਂ ਸੀ, ਇਹਨਾਂ ਦਾ ਕੋਈ ਫਾਰਮਲਾਈਜੇਸ਼ਨ ਨਹੀਂ ਸੀ। ਦੂਜੀ ਗੱਲ ਇਹ ਸਿਰਫ ਬਿਜ਼ਨਸ ਨੂੰ ਟ੍ਰੇਡ ਕਰਨਾ ਜਾਣਦੇ ਸਨ, ਇਹ ਕੋਈ ਲੋਕਾਂ ਦਾ ਭਲਾ ਕਰਨਾ ਨਹੀਂ ਜਾਣਦੇ ਸਨ, ਲੋਕਾਂ ਦੀਆਂ ਤਕਲੀਫਾਂ ਨੂੰ ਨਹੀਂ ਸਮਝਦੇ ਸਨ, ਲੋਕਾਂ ਦੀਆਂ ਲੋੜਾਂ ਨੂੰ ਨਹੀਂ ਸਮਝਦੇ ਸਨ। ਦੈਨ ਤੇ ਜਿਹੜੇ ਲੋਨ ਪ੍ਰੋਵਾਈਡ ਕਰਦੇ ਸਨ ਇਹਨਾਂ ਦਾ ਕੋਈ ਟਾਈਮ ਨਹੀਂ ਸੀ, ਸ਼ੋਰਟ ਟਰਮ ਲਈ ਲੌਂਗ ਟਰਮ ਦਾ ਇਹਨਾਂ ਦਾ ਕੋਈ ਡੈਫੀਨੇਸ਼ਨ ਨਹੀਂ ਸੀ। ਸ਼ੋਰਟ ਟਰਮ ਲਈ ਕੋਈ ਵਿਆਜ ਨਹੀਂ, ਲੌਂਗ ਟਰਮ ਲਈ ਕੋਈ ਅਲੱਗ ਵਿਆਜ ਨਹੀਂ, ਦੋਨਾਂ ਲਈ ਸੇਮ ਵਿਆਜ ਰੱਖਿਆ ਜਾਂਦਾ ਸੀ, ਜੋ ਇੱਕ ਪੰਗਾ ਪੈਦਾ ਕਰਦਾ ਸੀ, ਨੁਕਸਾਨ ਪੈਦਾ ਕਰਦਾ ਸੀ ਲੋਕਾਂ ਲਈ। ਦੈਨ ਉਸ ਤੋਂ ਇਲਾਵਾ ਜਿਹੜੇ ਅਕਾਊਂਟਿੰਗ ਦੇ ਮੈਥਡ ਯੂਜ਼ ਕਰਦੇ ਸਨ ਉਹ ਲੋਕਲ ਪ੍ਰੈਕਟਿਸ ਦੇ ਸਨ। ਦੈਨ ਇਸ ਦਾ ਮਤਲਬ ਕਿ ਜਿਹੜੇ ਲੋਕਲ ਪ੍ਰੈਕਟਿਸ ਜਿਹੜੇ ਅਕਾਊਂਟਿੰਗ ਮੈਥਡ ਯੂਜ਼ ਹੁੰਦੇ ਸਨ ਉਹ ਅਲੱਗ-ਅਲੱਗ ਏਰੀਆ ਵਿੱਚ ਯੂਜ਼ ਨਹੀਂ ਕੀਤੇ ਜਾ ਸਕਦੇ। ਇੱਕ ਪਰਟੀਕੂਲਰ ਥਾਂ 'ਤੇ ਜਿਹੜੀ ਚੀਜ਼ਾਂ ਯੂਜ਼ ਹੁੰਦੀਆਂ ਸੀ, ਮੈਥਡ ਯੂਜ਼ ਹੁੰਦੇ ਸਨ, ਉਹ ਦੂਜੀ ਥਾਂ 'ਤੇ ਜਾ ਕੇ ਤੁਸੀਂ ਯੂਜ਼ ਨਹੀਂ ਕਰ ਸਕਦੇ ਸੀ, ਇਹ ਇੱਕ ਪ੍ਰੋਬਲਮ ਸੀ। ਦੂਜਾ ਇਹ ਹਾਈਅਰ ਰੇਟ ਆਫ ਇੰਟਰਸਟ ਚਾਰਜ ਕਰਦੇ ਸਨ। ਦੈਨ ਜਿਹੜੇ ਇੰਡੀਜੀਨਸ ਬੈਂਕਰ ਸਨ, ਲਾਲਾ ਸਨ, ਸੇਠ ਸਨ, ਚੇਤੀ ਸਨ, ਹੈ ਨਾ, ਸ਼ਾਹੂਕਾਰ ਸਨ, ਇਹ ਬਹੁਤ ਜ਼ਿਆਦਾ ਰੇਟ ਆਫ ਇੰਟਰਸਟ ਚਾਰਜ ਕਰਦੇ ਸਨ। ਉਸ ਤੋਂ ਬਾਅਦ ਮੈਡੀਵਲ ਏਰੀਆ ਦੇ ਦੌਰਾਨ ਵੀ ਸਾਨੂੰ ਬੈਂਕਿੰਗ ਦੀ ਇਨਵੋਲਵਮੈਂਟ ਦੇਖਣ ਨੂੰ ਮਿਲਦੀ ਹੈ। ਉਸ ਦੌਰਾਨ ਮੁਗਲ ਏਰੀਆ ਦੇ ਦੌਰਾਨ ਜਿਹੜਾ ਇਹ ਲੋਨ ਦਾ ਜਿਹੜੇ ਡੀਡ ਯੂਜ਼ ਕੀਤੇ ਜਾਂਦੇ ਸਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਦਸਤਾਵੇਜ਼ ਕਿਹਾ ਜਾਂਦਾ ਸੀ। ਦੈਨ ਦਸਤਾਵੇਜ਼ ਮਤਲਬ ਕਿ ਲੋਨ ਪ੍ਰੋਵਾਈਡ ਕਰਨ ਦਾ ਇੱਕ ਪ੍ਰੋਪਰ ਫਾਰਮ, ਇੱਕ ਪ੍ਰੋਪਰ ਡੀਡ, ਇੱਕ ਪ੍ਰੋਪਰ ਕੰਟਰੈਕਟ, ਹੈ ਨਾ, ਇੱਕ ਕੰਟਰੈਕਟ ਹੋ ਗਿਆ ਦੋ ਪਾਰਟੀਆਂ ਵਿੱਚ। ਤਾਂ ਮੁਗਲ ਏਰੀਆ ਦੇ ਦੌਰਾਨ ਉਸ ਨੂੰ ਆਪਾਂ ਦਸਤਾਵੇਜ਼ ਕਹਿੰਦੇ ਸਨ। ਕੀ ਕਹਿੰਦੇ ਸਨ? ਦਸਤਾਵੇਜ਼ ਕਹਿੰਦੇ ਸਨ। ਦਸਤਾਵੇਜ਼ ਵੀ ਟੂ ਟਾਈਪ ਦੇ ਹੁੰਦੇ ਸਨ। ਇੱਕ ਦਸਤਾਵੇਜ਼ ਹੁੰਦਾ ਸੀ ਦਸਤਾਵੇਜ਼ ਦੁਲਦੁਬ, ਜੋ ਪੇਬਲ ਔਨ ਡਿਮਾਂਡ ਤੇ ਸੀ। ਦੂਜਾ ਸੀ ਦਸਤਾਵੇਜ਼ ਮਿਆਦੀ, ਜੋ ਇੱਕ ਸਿਟੇਬਲ ਟਾਈਮ ਤੇ ਪ੍ਰੋਵਾਈਡ ਕੀਤਾ ਜਾਂਦਾ ਸੀ, ਯਾਨੀ ਕਿ ਤੁਹਾਨੂੰ ਸਿਟੇਬਲ ਟਾਈਮ ਤੇ ਪੇਮੈਂਟ ਕਰਨੀ ਹੈ, ਇੱਕ ਪ੍ਰੋਪਰ ਟਾਈਮ ਤੇ ਪੇਮੈਂਟ ਕਰਨੀ ਹੈ। ਦੈਨ ਉਸ ਤੋਂ ਬਾਅਦ ਜੇ ਮੈਂ ਅੱਗੇ ਗੱਲ ਆਖਾਂ, ਜਿਹੜੇ ਪੇਮੈਂਟ ਦੇ ਆਰਡਰ ਪਾਸ ਕੀਤੇ ਜਾਂਦੇ ਸਨ ਰੋਲ ਟ੍ਰੈਜ਼ਰ ਦੁਆਰਾ ਕਿ ਤੁਹਾਨੂੰ ਇਹਨਾਂ ਨੂੰ ਪੇਮੈਂਟ ਦੇਣੀ ਹੈ, ਇਹਨਾਂ ਨੂੰ ਪੇਮੈਂਟ ਦੇਣੀ, ਉਹਨਾਂ ਨੂੰ ਆਪਾਂ ਕੀ ਕਹਿੰਦੇ ਸਨ? ਬਰਾਤਸ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਬਰਾਤਸ ਕਿਹਾ ਜਾਂਦਾ ਸੀ। ਦੈਨ ਤਾਂ ਇਸੇ ਦੌਰਾਨ ਇਹ ਨਵੀਂ ਐਵੋਲੂਸ਼ਨ ਦੇਖਣ ਨੂੰ ਮਿਲੀ, ਨਵੇਂ ਹੁੰਡੀਜ਼ ਦੀ ਐਵੋਲੂਸ਼ਨ ਡਿਵੈਲਪਮੈਂਟ ਦੇਖਣ ਨੂੰ ਮਿਲੀ ਮੈਡੀਵਲ ਏਰਾ ਦੇ ਦੌਰਾਨ। ਦੈਨ ਤੁਹਾਨੂੰ ਪਤਾ ਲੱਗ ਗਿਆ ਕਿ ਦਸਤਾਵੇਜ਼ ਇਨ ਦੁਲਤੁਬ ਤੇ ਇੱਕ ਦਸਤਾਵੇਜ਼ ਮਿਆਦੀ, ਇਹ ਮਤਲਬ ਮੈਡੀਵਲ ਏਰੀਆ ਦੇ ਦੌਰਾਨ ਵੀ ਸਾਨੂੰ ਦੇਖਣ ਨੂੰ ਮਿਲਦਾ, ਮੈਡੀਵਲ ਏਰਾ ਦੇ ਦੌਰਾਨ ਵੀ ਸਾਨੂੰ ਦੇਖਣ ਨੂੰ ਮਿਲਦਾ। ਉਸ ਤੋਂ ਬਾਅਦ ਮਾਡਰਨ ਏਰਾ ਦੇ ਦੌਰਾਨ ਜੇ ਆਪਾਂ ਗੱਲ ਆਖੀਏ ਤਾਂ ਜਿਹੜਾ ਮਾਡਰਨ ਏਰਾ ਸੀ ਉਹ ਅੱਜ ਤੱਕ ਮਤਲਬ ਕਿਤੇ ਨਾ ਕਿਤੇ ਉਹਦਾ ਅਸਰ ਦੇਖਣ ਨੂੰ ਮਿਲਿਆ, ਕਿਉਂਕਿ ਯੂਰੋਪੀਅਨਸ ਜਦੋਂ ਆ ਗਏ ਉਹਨਾਂ ਨੇ ਬੈਂਕਿੰਗ ਨੂੰ ਬਦਲ ਕੇ ਰੱਖਤਾ। ਦੈਨ ਉਹਨਾਂ ਦਾ ਕਮਰਸ਼ੀਅਲਾਈਜੇਸ਼ਨ ਕਰਤਾ, ਉਹਦੀ ਇੱਕ ਮਾਡਰਨ ਬੈਂਕਿੰਗ ਸਿਸਟਮ ਤਿਆਰ ਕਰਤਾ, ਇੱਕ ਪ੍ਰੋਪਰ ਮਤਲਬ ਫੰਕਸ਼ਨ ਤਿਆਰ ਕਰਤੀ, ਇੱਕ ਪ੍ਰੋਪਰ ਸੈਟਅਪ ਬਿਠਾਤਾ। ਦੈਨ ਤਾਂ ਅੱਜ ਦੇ ਟਾਈਮ 'ਚ ਘੱਟੋ ਘੱਟ ਸਾਨੂੰ 600 ਤੋਂ ਜ਼ਿਆਦਾ ਬੈਂਕਿੰਗ ਦੇਖਣ ਨੂੰ ਮਿਲਦੇ ਆ, ਕਿਉਂਕਿ ਇਹਦਾ ਓਰੀਜਨ ਯੂਰੋਪੀਅਨਸ ਨੇ ਸਟਾਰਟ ਕੀਤਾ ਸੀ। ਜੋ ਅੱਜ ਦਾ ਸਮਾਂ ਬੈਂਕਿੰਗ ਦੇਖਣ ਨੂੰ ਮਿਲ ਰਿਹਾ ਉਹਦਾ ਓਰੀਜਨ ਯੂਰੋਪੀਅਨਸ ਨੇ ਸਟਾਰਟ ਕੀਤਾ ਸੀ। ਇਸ ਤੋਂ ਪਹਿਲਾਂ ਮੈਡੀਵਲ 'ਚ ਜਿਹੜੇ ਬੈਂਕਿੰਗ ਚੱਲਦੀ ਸੀ ਉਹ ਕਿਤੇ ਨਾ ਕਿਤੇ ਬਹੁਤ ਹੀ ਹਲਕੇ ਵਿੱਚ ਸਨ, ਮਤਲਬ ਕਿ ਬਹੁਤ ਘੱਟ ਦਾਇਰੇ ਵਿੱਚ ਸਟਾਰਟ ਸਨ, ਇੰਨਾ ਫੀਲਡ ਨਹੀਂ ਸੀ, ਲੋਕੀ ਹਲੇ ਵੀ ਲੁੱਟੇ ਜਾਂਦੇ ਸਨ ਡਨ ਲਾਲੇ ਦੁਆਰਾ, ਸੇਠ ਦੁਆਰਾ। ਮਗਰ ਜਿਹੜੀ ਪ੍ਰੋਪਰ ਬੈਂਕਿੰਗ ਸਟਾਰਟ ਕੀਤੀ ਉਹ ਯੂਰੋਪੀਅਨਸ ਨੇ ਸਟਾਰਟ ਕੀਤੀ। ਡਨ ਉਸ ਤੋਂ ਬਾਅਦ ਮਾਡਰਨ ਬੈਂਕਿੰਗ ਜੇ ਆਪਾਂ ਗੱਲ ਕਰੀਏ ਇਨ ਇੰਡੀਆ ਵਿੱਚ ਕਦੋਂ ਸਟਾਰਟ ਹੋਈ? ਇੱਕ ਨਵਾਂ ਬੈਂਕ ਲਿਆਉਂਦਾ ਗਿਆ, ਬੈਂਕ ਆਫ ਹਿੰਦੁਸਤਾਨ, ਜੋ ਕਲਕੱਤਾ ਵਿੱਚ ਸਟਾਰਟ ਹੋਇਆ, ਜੋ ਅੱਜ ਕੱਲ੍ਹ ਆਪਾਂ ਉਸ ਨੂੰ ਕੋਲਕਾਤਾ ਕਹਿੰਦੇ ਆ। ਦੈਨ ਉਸ ਵਿੱਚ ਸਟਾਰਟ ਕੀਤਾ ਗਿਆ ਕਿਸ ਦੌਰਾਨ? MS ਐਗਜ਼ੈਂਡਰ ਨੇ ਸਟਾਰਟ ਕੀਤਾ। MS ਐਗਜ਼ੈਂਡਰ ਐਂਡ ਕੰਪਨੀ ਨੇ ਇੱਕ ਨਵਾਂ ਬੈਂਕ ਸਟਾਰਟ ਕੀਤਾ, ਬੈਂਕ ਆਫ ਹਿੰਦੁਸਤਾਨ। ਦੈਨ ਜੋ ਲਗਭਗ ਜੇ ਆਪਾਂ ਗੱਲ ਕਰੀਏ 1832 ਵਿੱਚ ਸਟਾਰਟ ਹੋ ਚੁੱਕਾ ਸੀ। ਦੈਨ ਓਕੇ, ਉਸ ਤੋਂ ਬਾਅਦ ਜੀ ਆਪਾਂ ਅੱਗੇ ਮਤਲਬ ਨਹੀਂ 1770 ਵਿੱਚ ਸਟਾਰਟ ਹੋ ਚੁੱਕਾ ਸੀ, 1832 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਬੈਂਕ ਆਫ ਹਿੰਦੁਸਤਾਨ ਨੂੰ। ਉਸ ਤੋਂ ਬਾਅਦ ਇਸ ਬੈਂਕ ਦੀ ਜਿਹੜੀ ਮਤਲਬ ਐਵੀਡੈਂਸ ਦੇਖਣ ਨੂੰ ਮਿਲੇ, ਫਿਰ ਉਸ ਤੋਂ ਇੰਸਪਾਇਰ ਹੋ ਕੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਵੀ ਕੁਝ ਬੈਂਕ ਸਟਾਰਟ ਕੀਤੇ, ਕੁਝ ਪ੍ਰੈਜ਼ੀਡੈਂਸੀ ਬੈਂਕ ਸਟਾਰਟ ਕੀਤੇ ਆਪਣੇ ਟ੍ਰੇਡ ਲਈ, ਆਪਣੇ ਮਤਲਬ ਫੈਕਟਰੀਜ਼ ਲਈ, ਕੁਝ ਇਹਨਾਂ ਨੇ ਬੈਂਕ ਸਟਾਰਟ ਕੀਤੇ। ਦੈਨ ਇਹਨਾਂ ਨੇ ਜਿਹੜੇ ਪਰਟੀਕੂਲਰ ਫੇਮਸ ਬੈਂਕਸ ਜਿਹੜੇ ਸੈਟਅਪ ਕੀਤੇ ਉਹ 3 ਪ੍ਰੈਜ਼ੀਡੈਂਸੀ ਬੈਂਕ ਸਟਾਰਟ ਕੀਤੇ, ਜਿਨ੍ਹਾਂ ਦਾ ਨਾਮ ਆਪਾਂ ਦੇਖ ਸਕਦੇ ਹਾਂ। ਦੈਨ ਤੁਸੀਂ ਜਾਣ ਸਕਦੇ ਹੋ ਪਹਿਲਾ ਬੈਂਕ ਹੈਗਾ ਵਾ ਬੈਂਕ ਆਫ ਬੰਗਾਲ, ਇਨ ਕਲਕੱਤਾ ਸਟਾਰਟ ਕੀਤਾ ਗਿਆ। ਦੈਨ ਤੇ ਦੂਜਾ ਬੈਂਕ ਸਟਾਰਟ ਕੀਤਾ ਗਿਆ ਬੈਂਕ ਆਫ ਬੰਬੇ, ਤੀਜਾ ਬੈਂਕ ਸਟਾਰਟ ਕੀਤਾ ਗਿਆ ਬੈਂਕ ਆਫ ਮਦਰਾਸ, ਚੌਥਾ ਬੈਂਕ ਸਟਾਰਟ ਕੀਤਾ ਗਿਆ ਇੰਪੀਰੀਅਲ ਬੈਂਕ ਆਫ ਇੰਡੀਆ। ਦੈਨ ਇਹ ਤੁਸੀਂ ਦੇਖ ਸਕਦੇ ਹੋ ਕਦੋਂ ਸਟਾਰਟ ਕੀਤੇ ਗਏ। ਪਹਿਲਾ ਬੈਂਕ 1806, ਦੂਜਾ ਬੈਂਕ 1840, ਤੀਜਾ ਬੈਂਕ 1843, ਫਿਰ 1921 ਵਿੱਚ ਇੱਕ ਬੈਂਕ ਸਟਾਰਟ ਕੀਤਾ ਗਿਆ। ਦੈਨ ਇਹ ਹਲੇ ਵੀ ਕੰਮ ਕਰ ਰਿਹਾ ਹੈ। ਤੁਸੀਂ ਮੈਨੂੰ ਦੱਸ ਸਕਦਾ ਹੈ ਕਿ ਇਸ ਦਾ ਅੱਜ ਕੀ ਨਾਮ ਹੈ? ਇਸ ਦਾ ਅੱਜ ਨਾਮ ਹੈਗਾ ਸਟੇਟ ਬੈਂਕ ਆਫ ਇੰਡੀਆ। ਜਿਹੜਾ ਇੰਪੀਰੀਅਲ ਬੈਂਕ ਆਫ ਇੰਡੀਆ 1921 ਦਾ ਸੀ, ਉਸ ਦਾ ਅੱਜ ਜਿਹੜਾ ਰੀਨੇਮ ਕਰਕੇ ਉਸ ਨੂੰ ਮਤਲਬ ਇਸਟੈਬਲਿਸ਼ ਕੀਤਾ ਗਿਆ 1955 ਵਿੱਚ, ਉਸ ਨੂੰ ਆਪਾਂ ਸਟੇਟ ਬੈਂਕ ਆਫ ਇੰਡੀਆ ਨਾਮ
ਨਾਮ ਦਿੱਤਾ ਗਿਆ। ਉਸ ਤੋਂ ਬਾਅਦ ਨਾਲ ਸਾਡੇ ਕੁਝ ਜੁਆਇੰਟ ਸਟਾਕ ਬੈਂਕ ਵੀ ਨਿਕਲ ਕੇ ਸਾਹਮਣੇ ਆਏ, ਜੋ 1860 ਵਿੱਚ ਇਹ ਨਵਾਂ ਕੰਸੈਪਟ ਲਿਆਉਂਦਾ ਜੁਆਇੰਟ ਸਟਾਕ ਬੈਂਕ। ਇਸ ਵਿੱਚ ਬਹੁਤ ਸਾਰੇ ਸਾਨੂੰ ਸ਼ੇਅਰ ਹੋਲਡਰ ਦੇਖਣ ਨੂੰ ਮਿਲੇ, ਉਹਨਾਂ ਦਾ ਪੈਸਾ ਜਿਹੜਾ ਹੈ ਮਤਲਬ ਇਸ ਵਿੱਚ ਉਹਨਾਂ ਦੀ ਇਨਵੋਲਵਮੈਂਟ ਦੇਖਣ ਨੂੰ ਮਿਲੀ, ਉਹਨਾਂ ਦੇ ਪੈਸਾ ਉਰੇ ਇਨਵੈਸਟ ਕੀਤਾ ਗਿਆ ਤਾਂ ਕਿ ਇੱਕ ਦੂਜੇ ਨੂੰ ਆਪਾਂ ਰਿਕੁਆਇਰਮੈਂਟ ਦੇ ਟਾਈਮ 'ਤੇ ਪੈਸਾ ਪ੍ਰੋਵਾਈਡ ਕੀਤਾ ਜਾ ਸਕੇ, ਇੱਕ ਪੈਸਾ ਕਮਾਇਆ ਜਾ ਸਕੇ, ਇੱਕ ਰੈਵਨਿਊ ਕਮਾਇਆ ਜਾ ਸਕੇ। ਡਨ। ਮਗਰ ਇਹ ਜ਼ਿਆਦਾਤਰ ਜਿਹੜੇ ਇੰਡੀਅਨ ਜੁਆਇੰਟ ਸਟਾਕ ਕੰਪਨੀਆਂ ਸੀ, ਜੇ ਆਪਾਂ ਆਪਣੇ ਇੰਡੀਅਨ ਦੀ ਐਗਜ਼ਾਮਪਲ ਲਗਾਈਏ, ਉਹ ਅੰਡਰ ਕੈਪੀਟਲਾਈਜ਼ ਸਨ। ਇੰਨਾ ਪੈਸਾ ਜੁਆਇੰਟ ਸਟਾਕ 'ਚ ਕਦੇ ਕਿਸੇ ਨੇ ਪਾਇਆ ਹੀ ਨਹੀਂ, ਜ਼ਿਆਦਾਤਰ ਕਿਸੇ ਨੇ ਇਸ ਵਿੱਚ ਇੰਟਰਸਟ ਦਿਖਾਇਆ ਹੀ ਨਹੀਂ। ਡਨ। ਉਹ ਅੱਜ ਦਾ ਸਮਾਂ ਜਿਹੜਾ ਜੁਆਇੰਟ ਸਟਾਕ ਦਾ ਉਹ ਉਸ ਟਾਈਮ ਨਹੀਂ ਸੀ ਜੋ ਅੱਜ ਦਾ ਸਾਨੂੰ ਸਮਾਂ ਦੇਖਣ ਨੂੰ ਮਿਲਦਾ 1992 ਤੋਂ ਬਾਅਦ। ਉਹ ਅੱਜ ਦਾ ਸਮੇਂ ਦੀ ਜਿਹੜੀ ਇੰਸਪਾਇਰੇਸ਼ਨ ਆ ਉਸ ਟਾਈਮ ਸਾਨੂੰ ਨਹੀਂ ਦੇਖਣ ਨੂੰ ਮਿਲੀ, ਉਸ ਵੇਲੇ ਅੰਡਰ ਕੈਪੀਟਲਾਈਜ਼ ਸੀ। ਡਨ। 1863 ਵਿੱਚ ਡਨ ਜੇ ਆਪਾਂ ਗੱਲ ਕਰੀਏ ਜੁਆਇੰਟ ਸਟਾਕ ਦਾ ਜਿਹੜਾ ਬੈਂਕ ਦੇਖਣ ਨੂੰ ਮਿਲਿਆ ਉਹਦਾ ਨਾਮ ਰੱਖਿਆ ਗਿਆ ਸੀ ਜੁਆਇੰਟ ਸਟਾਕ ਬੈਂਕ, ਜਿਨ੍ਹਾਂ ਨੂੰ ਆਪਾਂ ਬੈਂਕ ਆਫ ਅਪਰ ਇੰਡੀਆ ਕਹਿੰਦੇ ਸਨ। ਬਟ ਇਹ ਜਿਹੜਾ 1863 'ਚ ਬੈਂਕ ਸਟਾਰਟ ਕੀਤਾ ਗਿਆ ਸੀ, 1913 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਹੋਰ ਬੈਂਕ ਸਟਾਰਟ ਕੀਤਾ ਗਿਆ ਸੀ, ਜੇ ਆਪਾਂ ਗੱਲ ਕਰੀਏ ਇਲਾਹਾਬਾਦ ਬੈਂਕ ਇਨ ਇਲਾਹਾਬਾਦ, ਜੋ ਅਪ੍ਰੈਲ 24 1865 ਵਿੱਚ ਸਟਾਰਟ ਕੀਤਾ ਗਿਆ, ਜੋ ਅੱਜ ਤੱਕ ਚੱਲ ਰਿਹਾ। ਡਨ। ਇਹ ਹਲੇ ਵੀ ਵਰਕਿੰਗ ਕਰ ਰਿਹਾ। ਇੰਨਾ ਪੁਰਾਣਾ ਬੈਂਕ ਇਲਾਹਾਬਾਦ ਬੈਂਕ ਜਿਹੜਾ ਤੁਹਾਨੂੰ ਹਰੇਕ ਕਿਤੇ ਨਾ ਕਿਤੇ ਬ੍ਰਾਂਚ ਦੇਖਣ ਨੂੰ ਮਿਲ ਜਾਏਗੀ, ਉਹ ਹਲੇ ਵੀ ਸਾਨੂੰ ਇਸ ਤਰ੍ਹਾਂ ਜੁਆਇੰਟ ਸਟਾਕ ਬੈਂਕ ਦੇਖਣ ਨੂੰ ਮਿਲਦਾ ਹੈ। ਡਨ। ਇਸ ਵਿੱਚ ਬਹੁਤ ਸਾਰੇ ਸ਼ੇਅਰ ਹੋਲਡਰ ਹੁੰਦੇ ਸਨ। ਡਨ। ਓਕੇ। ਉਸ ਤੋਂ ਬਾਅਦ ਅਦਰ ਨੋਟੇਬਲ ਬੈਂਕ ਜਿਹੜੇ ਹਾਲੇ ਤੱਕ ਆਪਰੇਟ ਕਰ ਰਹੇ ਨੇ, ਜਿਵੇਂ PNB ਬੈਂਕ ਹੋ ਗਿਆ, ਜਿਨ੍ਹਾਂ ਨੂੰ ਲਾਲਾ ਲਾਜਪਤ ਰਾਏ, ਠੀਕ ਹੈ, ਬਾਬੂ ਪੁਰਸ਼ੋਤਮ ਲਾਲ, ਡਨ, ਤੇ ਐਸ ਦਿਆਲ, ਤਾਂ ਇਹਨਾਂ ਲੋਕਾਂ ਨੇ ਸਟਾਰਟ ਕੀਤਾ ਸੀ 1894 ਵਿੱਚ, ਜੋ ਹਲੇ ਵੀ ਕੰਮ ਕਰ ਰਿਹਾ ਹੈ। ਇਹ ਪਿਓਰਲੀ ਬੈਂਕਾਂ ਜਿਹੜਾ ਇਹ ਬੈਂਕ ਸਾਨੂੰ ਦੇਖਣ ਮਿਲਦਾ ਹੈ, ਉਹ ਪਿਓਰਲੀ ਸਾਨੂੰ ਇੰਡੀਅਨਸ ਦੁਆਰਾ ਮੈਨੇਜ ਕੀਤਾ ਗਿਆ ਸੀ। ਇਹ ਪਹਿਲਾ ਐਸਾ ਬੈਂਕ ਸੀ ਜਿਸ ਵਿੱਚ ਸਾਨੂੰ ਪ੍ਰੋਪਰਲੀ ਆਪਾਂ ਨੂੰ ਜਿਹੜੇ ਮੈਂਬਰ ਦੇਖਣ ਨੂੰ ਮਿਲੇ ਉਹ ਇੰਡੀਅਨਸ ਦੇਖਣ ਨੂੰ ਮਿਲੇ। ਹਾਂ, ਕਹਿ ਸਕਦੇ ਹਾਂ ਕਿ ਉਸ ਤੋਂ ਪਹਿਲੇ ਜਿਹੜੇ ਇੰਪੀਰੀਅਲ ਬੈਂਕ ਸਟਾਰਟ ਹੋਇਆ, ਬੈਂਕ ਆਫ ਹਿੰਦੁਸਤਾਨ ਸਟਾਰਟ ਹੋਇਆ, ਜਾਂ ਬੈਂਕ ਆਫ ਆਪਾਂ ਬੰਗਾਲ ਸਟਾਰਟ ਹੋਇਆ, ਇਹ ਵੀ ਬੈਂਕ ਇੰਡੀਅਨ ਬੈਂਕ ਸੀ। ਮਗਰ ਜੇ ਆਪਾਂ ਗੱਲ ਕਰੀਏ ਮੈਂਬਰਸ ਦੀ, ਹੈ ਨਾ, ਕਿਉਂਕਿ ਉਹਨਾਂ ਵਿੱਚ ਅੰਗਰੇਜ਼ ਲੋਕ ਸਨ, ਇਹਨਾਂ ਵਿੱਚ ਜਿਹੜੇ ਮੈਂਬਰਸ ਦੇਖਣ ਨੂੰ ਮਿਲੇ ਸਾਨੂੰ ਪਿਓਰਲੀ ਇੰਡੀਅਨਸ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਇੱਕ ਹੋਰ ਬੈਂਕ ਆਇਆ ਆਪਣਾ ਸੈਂਟਰਲ ਬੈਂਕ ਆਫ ਇੰਡੀਆ। ਡਨ। ਤਾਂ ਸੈਂਟਰਲ ਬੈਂਕ ਆਫ ਇੰਡੀਆ ਵੀ ਇੱਕ ਕਮਰਸ਼ੀਅਲਾਈਜ਼ ਬੈਂਕ ਸੀ। ਡਨ। ਉਹਨਾਂ ਨੂੰ ਵੀ ਇੰਡੀਆ ਨੇ ਮੈਨੇਜ ਕੀਤਾ। ਇੱਕ ਪਿਓਰਲੀ ਸਵਦੇਸ਼ੀ ਬੈਂਕ ਸੀ ਇਹ। ਡਨ। ਇਹਨਾਂ ਨੂੰ ਫਾਊਂਡ ਕਰਨ ਵਾਲੇ ਸਰ ਸਰੋਬਜੀ ਪੋਚਕਨਵਾਲਾ ਸਨ। ਡਨ। ਤੇ ਪਹਿਲੇ ਚੇਅਰਮੈਨ ਸਨ, ਤੇ ਫਿਰੋਜ਼ ਸ਼ਾਹ ਮਹਿਤਾ ਵੀ ਮਤਲਬ ਦੇਖਣ ਨੂੰ ਮਿਲਦੇ ਸਾਨੂੰ ਇਹਨਾਂ ਵਿੱਚ। ਉਸ ਤੋਂ ਬਾਅਦ ਕੁਝ ਹੋਰ ਬੈਂਕ ਜੋ ਹੁਣ ਜੇ ਆਪਾਂ ਪ੍ਰੈਜ਼ੈਂਟ ਦੀ ਗੱਲ ਕਰੀਏ ਇਹ ਬੰਦ ਹੋ ਚੁੱਕੇ ਹਨ। ਜਿਵੇਂ ਫੋਰ ਐਗਜ਼ਾਮਪਲ ਜੇ ਮੈਂ ਗੱਲ ਕਰਾਂ, ਇੱਕ ਯੂਨੀਅਨ ਬੈਂਕ ਸੀ ਜੋ 1839 ਨੂੰ ਸਟਾਰਟ ਕੀਤਾ ਗਿਆ, ਮਗਰ ਉਹ ਹੁਣ ਫੇਲ ਹੋ ਚੁੱਕਾ ਹੈ। ਉਸ ਤੋਂ ਬਾਅਦ ਬੈਂਕ ਆਫ ਅਪਰ ਇੰਡੀਆ ਜਿਹੜਾ 1863 ਸਟਾਰਟ ਕੀਤਾ ਗਿਆ, ਉਹ ਹੁਣ ਫੇਲ ਹੋ ਚੁੱਕਾ ਹੈ। ਇੱਕ ਔਧ ਕਮਰਸ਼ੀਅਲ ਬੈਂਕ ਜਿਹੜਾ ਸੀ 1881 ਸਟਾਰਟ ਕੀਤਾ ਗਿਆ, ਜੋ ਹੁਣ ਫੇਲ ਹੋ ਚੁੱਕਾ ਹੈ। ਇੱਕ ਇੰਡੀਅਨ ਬੈਂਕ ਸੀ ਜਿਹੜਾ ਫੋਰਗੀ ਬ੍ਰਾਂਚ ਵਿੱਚ ਸਟਾਰਟ ਕੀਤਾ ਗਿਆ 1946, ਉਹ ਹਲੇ ਤੱਕ ਚੱਲ ਰਿਹਾ ਆਪਣਾ। ਡਨ। ਇੱਕ ਪ੍ਰਾਈਵੇਟ ਐਂਟੀਟੀ ਦਾ ਬੈਂਕ ਸੀ 1906 ਦਾ ਦੌਰਾਨ ਇਸ ਨੂੰ ਲਿਆਉਂਦਾ ਗਿਆ ਸੀ। ਡਨ। ਓਕੇ। ਸੋ ਇਹ ਸੀ ਆਪਣੀ ਸਾਰੀ ਹਿਸਟਰੀ ਬੈਂਕਿੰਗ ਦੀ ਜੋ ਤੁਸੀਂ ਜਾਣੀ ਹੈ। ਇਸ ਤੋਂ ਬਾਅਦ ਆਪਾਂ ਜਾਣਾਂਗੇ ਕਿ ਆਪਣੇ ਇੰਡੀਆ 'ਚ ਇਸ ਦੇ ਮਤਲਬ ਹੋਰ ਕਿਸ ਤਰੀਕੇ ਨਾਲ ਇਨਵੋਲਵਮੈਂਟ ਹੋਈ। ਆਪਾਂ ਇਹ ਜਾਣਾਂਗੇ ਕਿ RBI ਕਿਵੇਂ ਨਿਕਲ ਕੇ ਸਾਹਮਣੇ ਆਇਆ। ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ।